ਅੱਜ ਦਾ ਸਾਡਾ ਟੌਪਿਕ ਅੱਜ ਅਸੀਂ ਕਾਫੀ ਇੰਪੋਰਟੈਂਟ ਟੌਪਿਕ ਆ। ਅਸੀਂ ਪੜ੍ਹ ਚੁੱਕੇ ਕਿ ਇਲੈਕਟ੍ਰਿਕ ਫੀਲਡ ਕੀ ਹੁੰਦੀ ਆ, ਉਹਦੇ ਮੈਥਮੈਟਿਕਲ ਐਕਸਪ੍ਰੈਸ਼ਨਸ ਕੀ ਹੁੰਦੇ ਨੇ ਔਰ ਇਲੈਕਟ੍ਰਿਕ ਫੀਲਡ ਲਾਈਨਸ ਕੀ ਹੁੰਦੀਆਂ ਨੇ। ਆ ਸਾਨੂੰ ਪ੍ਰੋਬਲਮ ਇਹ ਹੋਈ ਆ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਪਤਾ ਕਰੋ ਔਨ ਦਾ ਐਕਸੀਅਲ ਲਾਈਨ ਆਫ ਅ ਡਾਇਪੋਲ। ਇਟ ਮੀਨ ਸਾਨੂੰ ਕੀ ਪਤਾ ਹੋਣਾ ਚਾਹੀਦਾ। ਇਲੈਕਟ੍ਰਿਕ ਫੀਲਡ ਅਸੀਂ ਪੜ੍ਹ ਚੁੱਕੇ ਆ ਕੀ ਹੁੰਦਾ, ਇਲੈਕਟ੍ਰਿਕ ਡਾਇਪੋਲ ਕੀ ਹੁੰਦਾ ਤੇ ਅਸੀਂ ਐਕਸੀਅਲ ਲਾਈਨ ਕੀ ਹੁੰਦੀ ਹੈ ਤੇ ਉਹਦੀ ਡਾਇਰੈਕਸ਼ਨ ਕੀ ਹੈ ਜਿਹੜੀ ਇਲੈਕਟ੍ਰਿਕ ਪੁਆਇੰਟ ਉਸ ਡਾਇਪੋਲ ਕਰਕੇ ਹੈ। ਸਭ ਤੋਂ ਪਹਿਲਾਂ ਹੀ ਸਮਝਾਂਗੇ ਕਿ ਇਲੈਕਟ੍ਰਿਕ ਡਾਇਪੋਲ ਹੁੰਦਾ ਕੀ ਆ। ਇਲੈਕਟ੍ਰਿਕ ਡਾਇਪੋਲ ਅਸੀਂ ਕੰਸੀਡਰ ਕਰਦੇ ਹਾਂ ਕਿ ਕੋਈ ਇੱਕ ਚਾਰਜ ਆ ਮਾਈਨਸ ਕਿਊ, फिर कोई दूसरा चार्ज आ प्लस क्यू, वो किसी दूरी दे नाल एक दूसरे तो सैपरेट आ। मैं वो दूरी 2l मानता। 2l मेरे मैथमेटिकल एक्सप्रेशन सॉल्व करने लिए काफ़ी ईजी रहेगा ये, इस करके ਅਸੀਂ ਇਹਦੀ दूरी 2l ਲੈਨੇ ਆ ਕਿ ਜਦੋਂ ਮੈਂ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਨਾ, ਇਸੇ ਕੇਸ ਜਦੋਂ ਮੈਂ ਇਲੈਕਟ੍ਰਿਕ ਫੀਲਡ ਪਤਾ ਕਰਨੀ ਐਕਸੀਅਲ ਲਾਈਨ ਤੇ ਇਲੈਕਟ੍ਰਿਕ ਡਾਇਪੋਲ ਦੇ ਲਈ, ਤਾਂ ਉਦੋਂ ਵੀ ਮੇਰੇ ਲਈ ਇਹ ਹੈਲਪਫੁਲ ਹੋਣਾ। ਇਹਦਾ ਮਤਲਬ ਸਾਡੇ ਕੋਲ ਕੀ ਹੈ ਕਿ ਇਲੈਕਟ੍ਰਿਕ ਡਾਇਪੋਲ ਕੀ ਹੈ कि दो कोई चार्ज सेम मैग्नीट्यूड दे, मतलब जे एक 5 कूलम चार्ज है तो दूसरा भी 5 कूलम चार्ज है और बट ऑपोजिट नेचर दे, मतलब एक जे नेगेटिव है तो दूसरा पॉजिटिव है ते वो किसी ना किसी दूरी ना 2 सेंटीमीटर कुछ भी किसी ना किसी दूरी दे नाल एक दूसरे तो की है सैपरेट है। मतलब इलेक्ट्रिक डायपोल की हुंदा है। Electric dipole is a pair of two charges of opposite nature have the same magnitude। opposite nature है कि जो पॉजिटिव है दूसरा नेगेटिव है, मैग्नीट्यूड सेम है, मतलब जे एक 5 कूलम पॉजिटिव है तो दूसरा नेगेटिव भी 5 कूलम होएगा ते सेपरेटिंग बाय सम डिस्टेंस है, किसी ना किसी दूरी नाल एक दूसरे तो की है सैपरेट कर रहे हैं। हुण आ भी चीज देखो कि ये भी एक इलेक्ट्रिक डायपोल है कि एक माइनस क्यू चार्ज है एक प्लस क्यू चार्ज है, ऑपोजिट नेचर है ते किसी ना किसी दूरी नाल एक दूसरे तो सैपरेट हैगे। ओके देन के साडे पास इन्नी गल दा क्लियर होगी। हुण अगला क्वेश्चन होता कि इलैक्ट्रिक डायपोल करके एक्सीयल लाइन ते इलैक्ट्रिक फील्ड पता करनी। हुण एक्सीयल लाइन की हुंदी है, एक्सीयल लाइन समझण दे लई एक लाइन ਜਿਹੜੀ ਇਹਨਾਂ ਦੋਨਾਂ ਚਾਰजेस ਨੂੰ ਪਾਸ ਆਊਟ ਕਰੇ, ਇਹਨਾਂ ਦੋਨਾਂ ਚਾਰजेस ਨੂੰ ਟੱਚ ਕਰਕੇ ਨਿਕਲੇ, ਉਹਨੂੰ ਅਸੀਂ ਐਕਸੀਅਲ ਲਾਈਨ ਕਹਿੰਦੇ ਹਾਂ। ਆਹ ਵਾਲੀ ਜਿਹੜੀ ਲਾਈਨ ਆ ਇਹ ਐਕਸੀਅਲ ਲਾਈਨ ਹੋਏਗੀ। ਤਾਂ ਜੇ ਇਸ ਇਲੈਕਟ੍ਰਿਕ ਡਾਇਪੋਲ ਦੇ ਸੈਂਟਰ ਤੋਂ ਕੋਈ ਪਰਪੈਂਡੀਕੂਲਰ ਡਰਾ ਕੀਤਾ ਜਾਂਦਾ, ਇਕੁਆਟੋਰੀਅਲ ਨੈਕਸਟ ਆਰਟੀਕਲ ਤੇ ਡਿਸਕਸ ਕਰਾਂਗੇ ਨੈਕਸਟ ਵੀਡੀਓ 'ਚ। ਹੁਣ ਸਾਡੇ ਕੋਲ ਵੀਡੀਓ ਆਰਟੀਕਲ ਕੀ ਹੈ ਕਿ ਇੱਕ ਮਾਈਨਸ ਕਿਊ ਚਾਰਜ ਆ ਇੱਕ ਪਲਸ ਕਿਊ ਚਾਰਜ ਆ, ਕਿਸੇ दूरी ਨਾਲ ਸੈਪਰੇਟ ਆ, ਦੋਨਾਂ ਦਾ ਮੈਗਨੀਟਿਊਡ ਸੇਮ ਹੈ। ਇਟ ਮੀਨ ਇੱਕ ਇਲੈਕਟ੍ਰਿਕ ਡਾਇਪੋਲ ਆ ਔਰ ਇਲੈਕਟ੍ਰਿਕ ਡਾਇਪੋਲ ਤੇ ਇੱਕ ਐਕਸੀਅਲ ਲਾਈਨ ਹੋਗੀ ਜਿਹੜੀ ਇਹਨਾਂ ਦੋਨਾਂ ਨੂੰ ਟੱਚ ਕਰਕੇ ਨਿਕਲਦੀ ਹੈ। ਔਰ ਉਹਨਾਂ ਨੇ ਕਿਹਾ ਕਿ ਇਸ ਲਾਈਨ ਦੇ ਉੱਤੇ ਤੁਸੀਂ ਇਲੈਕਟ੍ਰਿਕ ਫੀਲਡ ਪਤਾ ਕਰੋ। ਤਾਂ ਮੈਂ ਇਸ ਐਕਸੀਅਲ ਲਾਈਨ ਤੇ P ਪੁਆਇੰਟ on the side of the plus q चार्ज वाली साइड ते एक p पॉइंट लेना जिथे मैं की पता करनी है इलेक्ट्रिक फील्ड, और a पॉइंट मैं इलेक्ट्रिक डायपोल दे सेंटर तो कितनी दूरी ते ले लेना r दूरी ते ले लिया। सौखी जी गल, ठीक है मेरा बेटा, r दूरी ते आपां ने ले लिया। हुण ये 2l लिया आपां ने तो इनू दो हिस्सों में बांट लेने, a वाला हिस्सा ਅਸੀਂ कंसीडर करांगे तो अगले वाला भी l कंसीडर कर लांगे। 2l पूरी दूरी सी ਇਹਦੀ ਆਪਾਂ ਨੇ ਇਹਨੂੰ ਦੋ ਹਿੱਸਿਆਂ 'ਚ ਵੰਡ ਦਿੱਤਾ ਹੈ। ਓਕੇ ਹੁਣ ਅਸੀਂ ਜੋ ਪਹਿਲਾਂ ਅਸੀਂ ਕੰਸੀਡਰ ਕੀਤਾ ਉਹਦੀ ਕੰਸਟਰਕਸ਼ਨਸ ਇੱਕ ਵਾਰ ਬਣਾ ਕੇ ਲਿਖ ਲੈਂਦੇ ਆ। ਆਪਾਂ ਨੇ ਕਿਹਾ ਕੰਸੀਡਰ ਇਲੈਕਟ੍ਰਿਕ ਡਾਇਪੋਲ। ਅਸੀਂ ਕੰਸੀਡਰ ਕੀਤਾ ਇਲੈਕਟ੍ਰਿਕ ਡਾਇਪੋਲ ਕੰਸਿਸਟਿੰਗ ਚਾਰਜ, ਉਹਦੇ ਕੋਲ ਚਾਰਜ ਆ ਮਾਈਨਸ ਕਿਊ ਐਂਡ ਪਲਸ ਕਿਊ ਸੈਪਰੇਟਡ ਬਾय डिस्टेंस। कितने डिस्टेंस ਨਾਲ ਸੈਪਰੇਟ ਹੈ ਇੱਕ ਦੂਸਰੇ ਤੋਂ 2l। ओके क्लियर। P is the point on the side, P is the point on the side of plus q charge at distance r। कित्थों r दूरी कित्थों मेरा बेटा, फ्रॉम द center of the electric
dipole. Okay, guys, consider electric dipole consisting charge minus q and plus q, minus q ਤੇ plus q ਦੋ ਚਾਰਜ ਅਸੀਂ ਕੰਸੀਡਰ ਕਰ ਲਿਆ ਕਿ ਇਲੈਕਟ੍ਰਿਕ ਡਾਈਪੋਲ ਦੇ ਹੈਗੇ ਸੈਪਰੇਟਡ ਬਾਈ ਕਿੰਨੀ ਦੂਰੀ ਨਾਲ ਸੈਪਰੇਟ ਆਪਣੇ ਕੋਲ 2l p ਪੁਆਇੰਟ ਕੰਸੀਡਰ ਕਰ ਲਿਆ ਔਨ ਦਾ ਸਾਈਡ ਆਫ ਦਾ plus q ਚਾਰਜ ਐਟ ਡਿਸਟੈਂਸ r from the center of the electric dipole on the axial line. ठीक है, on the axial line. Okay, axial line ਦੇ ਉੱਤੇ ਇੰਨੀ ਕਹਾਣੀ ਸਾਨੂੰ ਸਮਝ ਆ ਗਈ ਹੈ। ਹੁਣ ਮੈਂ p ਪੁਆਇੰਟ ਤੇ ਇਲੈਕਟ੍ਰਿਕ ਫੀਲਡ ਪਤਾ ਕਰਨੀ ਆ। ਮੈਂ ਕੀ ਕਰਦਾ, -q ਵਾਲੇ ਚਾਰਜ ਨੂੰ a ਮੰਨ ਲੈਣਾ ਔਰ +q ਚਾਰਜ ਵਾਲੇ ਨੂੰ b ਮੰਨ ਲੈਂਦਾ ਕਿ ਮੈਨੂੰ ਲਿਖਣਾ ਥੋੜਾ ਆਸਾਨ ਹੋ ਜਾਏ। ਹੁਣ ਕੁਐਸਚਨ ਦੇਖੋ ਜੇ ਧਿਆਨ ਨਾਲ ਲਿਖਣਾ ਕਿ ਆ ਹੁਣ ਸਾਡੇ ਕੋਲ ਕੀ ਆ, ਪੋਜ਼ਿਟਿਵ ਚਾਰਜ ਆ और पॉजिटिव चार्ज की इलैक्ट्रिक फील्ड किधर ਨੂੰ ਹੁੰਦੀ ਬਈ ਬਾਹਰ ਨੂੰ। पॉजिटिव चार्ज की इलैक्ट्रिक फील्ड किधर ਨੂੰ ਹੁੰਦੀ ਆ ਬਾਹਰ ਨੂੰ। ਇਹਦਾ ਮਤਲਬ ਮੈਂ ਮੰਨ ਲੈਣਾ ਮੇਰੇ ਕੋਲ ਇਲੈਕਟ੍ਰਿਕ ਫੀਲਡ ਆ ਗਈ ਕਿਹਦੀ, ਮੇਰਾ ਬੇਟਾ EB ਔਰ ਇਹਦੀ ਡਾਇਰੈਕਸ਼ਨ ਕਿਧਰ ਨੂੰ ਆ ਆਊਟਵਰਡ ਆ। ਠੀਕ ਹੈ, ਪੋਜ਼ਿਟਿਵ ਚਾਰਜ ਪਲੱਸ ਕਿਉਂ ਇਲੈਕਟ੍ਰਿਕ ਫੀਲਡ ਬਾਹਰ ਨੂੰ ਜਾਂਦੀ ਹੈ। P ਪੁਆਇੰਟ ਤੋਂ ਜਿਵੇਂ ਇੱਥੋਂ ਦੇਖਾਂ ਬਾਹਰ ਇਧਰਲੀ ਸਾਈਡ ਨੂੰ ਤਾਂ ਇੱਧਰ ਨੂੰ ਹੋਏਗਾ ਔਰ ਆ ਮੇਰੇ ਕੋਲ -q ਚਾਰਜ ਆ A ਪੁਆਇੰਟ ਤੇ ਔਰ ਇਸ ਪੁਆਇੰਟ ਤੋਂ ਦੇਖਾਂ ਇਲੈਕਟ੍ਰਿਕ ਫੀਲਡ ਤਾਂ ਇਹਦੇ ਵੱਲੋਂ ਆਣੀ ਨੈਗੇਟਿਵ ਦੀ ਇਲੈਕਟ੍ਰਿਕ ਫੀਲਡ ਇਹਦੇ ਵੱਲੋਂ ਆਣੀ। ਅਸੀਂ ਪਿਛਲੇ ਆਰਟੀਕਲ ਪਿਛਲੀ ਵੀਡੀਓ ਦੇ ਵਿੱਚ ਜਿਹੜੀ ਸ਼ੇਅਰ ਕੀਤੀ ਸੀਗੀ ਉਹਦੇ ਵਿੱਚ ਅਸੀਂ ਇਲੈਕਟ੍ਰਿਕ ਫੀਲਡ ਲਾਈਨਸ ਬਾਰੇ ਡਿਟੇਲ ਨਾਲ ਡਿਸਕਸ ਕੀਤਾ ਹੋਇਆ। ਹੁਣ -4 ਦੀ ਅੰਦਰਲੀ ਸਾਈਡ ਨੂੰ ਆ ਗਈ, ਇਸ ਕਰਕੇ EA ਸਾਡੇ ਕੋਲ ਆ ਹੋਗੀ EA ਇਲੈਕਟ੍ਰਿਕ ਫੀਲਡ। ਪੋਜ਼ਿਟਿਵ ਚਾਰਜ ਦੀ ਇਲੈਕਟ੍ਰਿਕ ਫੀਲਡ ਬਾਹਰ ਨੂੰ, ਨੈਗੇਟਿਵ ਚਾਰਜ ਦੀ ਇਲੈਕਟ੍ਰਿਕ ਫੀਲਡ ਅੰਦਰ ਨੂੰ। ਓਕੇ, ਨਾਓ ਹੁਣ ਅਸੀਂ ਇੱਕ ਵਾਰ ਪਹਿਲਾਂ ਕੀ ਕਰਨਾ, ਕੱਲੀ ਕਰਕੇ ਇਲੈਕਟ੍ਰਿਕ ਫੀਲਡ ਫਾਈਂਡ ਆਊਟ ਕਰ ਲਿਆ। ਹੁਣ ਸਾਡੇ ਕੋਲ ਫਰਸਟ ਕੀ ਹੈ ਕਿ ਅਸੀਂ ਪਤਾ ਕਰਨਾ ਇਲੈਕਟ੍ਰਿਕ field due to charge minus q at point P. Okay, electric field due to charge minus q at point P. जब minus q charge करके P point से electric field कितनी होएगी, EA होएगी और EA ਦੀ ਵੈਲਿਊ ਸਾਨੂੰ ਪਤਾ ਪਿੱਛੇ ਸੋਲਵ ਕੀਤੀ 1/4 ਪਾਈ ਐਪਸਿਲਨ ਨੋਟ ਹੁੰਦਾ ਜਿੰਨਾ ਚਾਰਜ ਹੋਵੇ। ਹੁਣ ਇੱਥੇ ਚਾਰਜ ਕਿੰਨਾ q, इस पॉइंट तो इस पॉइंट तक की दूरी A तो P तक की दूरी का स्केयर। हुण इत्थे A तो P तक की जिन्नी भी दूरी है पता करते हैं। आ A पॉइंट आ और इत्थे तक P है। हुण ध्यान दो सी क्या है इहनूं 2L लिया, क्यों लिया क्योंकि इहनूं ही L और L विच दो हिस्से वंडिया। हुण जे मैं इत्थों एक पॉइंट इत्थे तक लैके आवां, इत्थों इत्थे तक की दूरी L हो जानी है और इत्थों इत्थे तक की दूरी R हो जानी है। इसदा मतलब पूरी दूरी कितनी हो जानी साडे पास, वो हो जानी है R प्लस L। ठीक है, A तो P तक की दूरी R फिर L, मतलब L प्लस R या R प्लस R। ठीक है, हम ये कहना कि AP कितनी हो गई, AP हो गई R प्लस L। ਇਹਦਾ मतलब EA कितना हो गया 1/4 पाई एप्सिलॉन नॉट Q बटा AP ਦੀ वैल्यू R प्लस L ਦੀ होल ਦਾ ਸਕੁਅਰ। ਇਹਨੂੰ ਕੁਐਸਚਨ ਫਸਟ ਲਿਖ ਲੈਂਦੇ ਹਾਂ। ਓਕੇ, ਸਾਡੇ ਕੋਲ ਅਸੀਂ ਡਰਾਈਵ ਕੀ ਫਾਈਂਡ ਆਊਟ ਕਰ ਲਿਆ, EA फाइंड आउट कर लिया। हुण जिद्दां असीं EA फाइंड आउट कीता उस ही तरीके नाल असीं हुण EB पता करना। हुण अगे है इलैक्ट्रिक फील्ड ड्यू टू चार्ज प्लस Q एट पॉइंट P। P पॉइंट इलेक्ट्रिक फील्ड फाइंड आउट करते हैं प्लस Q चार्ज करके। ठीक है, ओके, नाउ EB इलेक्ट्रिक फील्ड कितनी होगी 1/4 पाई एप्सिलॉन नॉट चार्ज B पॉइंट पे Q। ओके, नाउ B पॉइंट से चार्ज Q आ गया। हुण B तो P तक की दूरी 10 स्क्वायर। हुण B तो P तक की दूरी सानू पता। ओके, इत्थों इत्थे तक नहीं पता करनी है सानू पता कि इत्थों इत्थे तक की दूरी R और इत्थों इत्थे तक की दूरी L। जे आ पता करनी तो फिर R पूरी दूरी चों आ वाली दूरी नूं की करदा माइनस। इसदा मतलब जिहड़ी B तो P तक की दूरी है वो कितनी रह जानी है, वो की रह जानी है R माइनस L आ वाली। ठीक है, असी की क्या पूरी दूरी R आ वाली L, R चो जी L माइनस कर दो इतनी पता लग जानी। सानू पता लग गया कि B तो P तक की जी दूरी है वो कितनी है R माइनस L। R माइनस L वैल्यू पुट कर दें कि B साढ़े को आ गई 1/4 पाई एप्सिलॉन नॉट
क्यू बटा आर माइनस एल दा होल दा स्केयर। आ इक्वेशन सेकंड हो गई। आ इक्वेशन फर्स्ट, आ इक्वेशन सेकंड मैं ई ए भी पता कर ली, ई बी भी पता कर ली। हुण इत्थे देखण दे पता लगदा कि दोनों ही एक दूसरे दे ऑपोजिट आ, दोनों एक दूसरे नु एक दूसरे फैक्ट नु कैंसल आउट करनगियां। ਇਹਦੇ ਵਿਚਲਾ एंगल 180 ਆ। मैं सिंपल ਜਿਹੜੀ ਵੱਡੀ ਆ ਤੋਂ ਛੋਟੇ ਵਾਲੀ ਮਾਈਨਸ ਕਰ ਦਵਾਂਗਾ, ਜਿਹੜੀ ਵੱਡੀ ਆ ਤੋਂ ਛੋਟੇ ਵਾਲੀ ਮਾਈਨਸ ਕਰ ਦੇਵਾਂਗਾ। ਬਟ ਵੈਕਟਰ ਸਿੱਧੀਆਂ ਕਿਦਾਂ ਕਰ ਸਕਦੇ ਹੁਣ? ਅਸਲ ਵਿੱਚ ਤਾਂ ਇਹ ਇੱਕ ਵੈਕਟਰ ਲਾਅ ਨੂੰ ਫੋਲੋ ਕਰਦਾ। ਜੇ ਮੈਂ ਕਹਾਂ ਕਿ ਵੈਕਟਰ ਲਾਅ, ਮੈਂ ਥੋੜਾ ਜਿਹਾ ਸੋਲਵ ਕਰਕੇ ਦਿਖਾ ਦਿੰਦਾ। ਆ ਜੇ ਮੈਂ 180 ਡਿਗਰੀ ਲਵਾਂ, ਠੀਕ ਹੈ, ਤੇ ਨੈਟ ਇਲੈਕਟ੍ਰਿਕ ਫੀਲਡ ਇਹਨੂੰ ਮੈਂ P ਮੰਨ ਲੈਂਦਾ, ਇਹਨੂੰ ਮੈਂ Q ਮੰਨ ਲੈਂਦਾ, ਤੇ ਮੈਂ ਇਦਾਂ ਲਿਖਦਾ ਸਾਡੇ ਕੋਲ EB ਦਾ ਸਕੁਅਰ मतलब P ਸਕੁਅਰ, EA ਦਾ ਸਕੁਅਰ Q ਸਕੁਅਰ ਪਲੱਸ 2 EB EA cos थीटा। ਤੁਹਾਨੂੰ ਰਿਮੈਂਬਰ ਕਰਾਉਣਾ ਕਿ R is equal to under root P ਸਕੁਅਰ plus Q ਸਕੁਅਰ plus 2PQ cos थीटा। ठीक है, ਹੁਣ ਮੈਨੂੰ ਪਤਾ ਕਿ in this ਇਹ ਦੋਨੇ ਇੱਕ ਦੂਸਰੇ ਦੇ ਆਪੋਜ਼ਿਟ ਆ। ਇੱਥੇ ਐਂਗਲ 180 ਹੈ, ਥੀਟਾ ਕਿੰਨਾ 180, ਤਾਂ E ਕੀ ਬਣਨਾ ਮੇਰੇ ਪਾਸ ਅੰਡਰ ਰੂਟ EB ਦਾ ਸਕੁਅਰ ਪਲੱਸ EA ਦਾ ਸਕੁਅਰ ਪਲੱਸ 2EB EA cos 180। ਹੁਣ cos 180 -1 ਹੁੰਦਾ, ਇਸ ਕਰਕੇ E ਅੰਡਰ ਰੂਟ EB ਸਕੁਅਰ ਪਲੱਸ EA ਸਕੁਅਰ ਪਲੱਸ 2EB EA -1। ਮਾਈਨਸ ਨੂੰ ਅੱਗੇ ਲੈ ਆਵਾਂਗੇ, EB ਸਕੁਅਰ ਪਲੱਸ EA ਸਕੁਅਰ ਮਾਈਨਸ 2EB EA। ਹੁਣ A ਸਕੁਅਰ ਪਲੱਸ B ਸਕੁਅਰ ਮਾਈਨਸ 2AB ਦਾ ਫਾਰਮੂਲਾ ਬਣ ਗਿਆ A माइनस B दे होल स्केयर ਦਾ स्केयर। स्केयर ਨਾਲ रूट कैंसिल हो गया, तो E ਕੀ ਆ ਗਈ EB माइनस EA। ठीक है, ਇਹ ਤਾਂ ਸਾਡੇ ਕੋਲ ਸੀਗਾ ਕਿ ਅਸੀਂ ਸੋਲਵ ਕਰਨਾ, ਪਰ ਮੈਥਮੈਟਿਕਲ ਐਕਸਪ੍ਰੈਸ਼ਨ ਵਿੱਚ ਅਸੀਂ ਇਹ ਸਾਰੀ ਕਹਾਣੀ ਨਹੀਂ ਪਾਣੀ। ਅਸੀਂ ਇੱਥੇ ਸਿੰਪਲ ਲਿਖਣਾ ਕਿ in this EB and EA are opposite to each other and in this EB is greater than EA। ਹੁਣ ਇਹ ਦੇਖਦੇ ਹਾਂ, ਅਸਲ ਵਿੱਚ ਮੈਂ ਇੱਥੇ ਸਿੱਧਾ ਰਿਜ਼ਲਟ ਪੁੱਟ ਕਰ ਰਿਹਾ, ਪਰ ਇੱਕ ਤੁੱਕਾ ਨਹੀਂ ਕਿ मतलब वेक्टर मैं अलजेब्रिकली सॉल्व कर देता, एक वेक्टर क्वांटिटीज नहीं अलजेब्रिकली सॉल्व नहीं किया, असल विच वेक्टर ला ही अप्लाइड किया है, जेड़ा इस तरीके ना मैग्नीट्यूड दी फॉर्म च निकल के साडे कोल आएगा जे ਅਸੀਂ वैल्यूज पुट करदे हां। ਤੁਸੀਂ सॉल्व कर सकते हो जे विच करना चाहो, पर ਅਸੀਂ ਇੱਥੇ ਲਿਖਾਂਗੇ क्योंकि ਸਾਨੂੰ पता है कि दोनों वेक्टर क्वांटिटी ਤਾਂ एक दूसरे ਦੇ ऑपोजिट है, एक दूसरे ਦੇ फैक्टर ਨੂੰ कैंसल आउट करनी है, तो ਵੱਡੀ ਵਿੱਚੋਂ ਛੋਟੀ माइनस कर सकते हैं। इन दिस EA and EB are opposite to each other, एक दूसरे ਦੇ opposite ਆ। and ਨਾਲ ਦੀ ਨਾਲ ਇੱਕ ਹੋਰ ਗੱਲ ਆ ਕਿ EB is greater than EA। ਹੁਣ greater than ਕਿਦਾਂ? ਕਿਉਂਕਿ obvious ਆ ਟਰਮ ਜਿਹੜੀ ਆ ਛੋਟੀ ਆ, r ਮਾਈਨਸ a ਦੀ ਦੂਰੀ ਘੱਟ ਆ, ਦੂਰੀ ਜਿੰਨੀ ਘੱਟ ਆ ਇਨਵਰਸ ਆ ਉਨੀ ਆ ਟਰਮ ਵੱਡੀ ਆ, ਬਾਕੀ ਸਾਰਾ ਕੁਝ ਸੇਮ ਆ। ਮੈਂ ਸਾਡੇ ਕੋਲ ਟਰਮਸ then ਫਿਰ नेट इलैक्ट्रिक फील्ड, नेट इलैक्ट्रिक फील्ड E की होनी है, E होनी है EB चो EA ਨੂੰ ਮਾਈਨਸ ਕਰ ਦੋ। ਹੁਣ EB ਦੀ ਵੈਲਿਊ ਫਰਮ ਇਕੁਏਸ਼ਨ ਸੈਕੰਡ ਐਂਡ 1 ਪੁੱਟ ਕਰ ਦਿੰਦੇ ਆ 1/4 ਪਾਈ ਐਪਸਾਈਲਨ ਨੋਟ Q ਬਟਾ R ਮਾਈਨਸ L ਦੀ ਹੋਲ ਦਾ ਸਕੁਅਰ ਦਿਸ ਵਨ, ਤੇ ਮਾਈਨਸ 1/4 ਪਾਈ ਐਪਸਾਈਲਨ ਨੋਟ A ਦੀ ਵੈਲਿਊ ਆ ਵਾਲੀ ਪੁੱਟ ਕਰਾਂਗੇ ਅਸੀਂ EA Q बटा R plus L ਦੀ ਹੋਲ ਦਾ ਸਕੁਅਰ। ਮੈਂ ਇਹਨਾਂ ਕੁਆਂਟੀਜ਼ ਨਾਲ ਵੈਕਟਰ ਨਹੀਂ ਲੈ ਰਿਹਾ, ਮੈਂ ਵੀ ਤੁਹਾਡੇ ਬੁੱਕਸ ਦੇ ਉੱਤੇ ਵੈਕਟਰ ਲਿਆ ਹੋਵੇ। ਮੈਂ ਵੈਕਟਰ ਤਾਂ ਲਿਆ ਕਿਉਂਕਿ ਮੈਂ ਐਂਡ ਵਿੱਚ ਇੱਕ ਬੜੀ ਸੌਖੇ ਜਿਹਾ ਤਰੀਕਾ ਦੱਸਾਂਗਾ ਇਸ ਨੂੰ ਵੈਕਟਰ ਫਾਰਮ ਦੇ ਵਿੱਚ ਲਿਖਣ ਦੇ ਲਈ। ਠੀਕ ਹੈ, ਆਸਾਨੀ ਨਾਲ ਲਿਖ ਹੋ ਜਾਏਗਾ। ਇਹ ਚੋਂ ਹੀ Q ਕਾਮਨ ਕਰ ਸਕਦੇ, 1/4 ਪਾਈ ਐਪਸਾਈਲਨ ਨੋਟ ਕਾਮਨ ਕਰ ਸਕਦੇ ਆ। ਪੰਜਾਬ ਬੋਰਡ ਦੇ ਕਲਾਸਿਸ ਲਈ ਬੜਾ ਇੰਪੋਰਟੈਂਟ ਆਰਟੀਕਲ ਆ ਇਹ। ओके 1/r माइनस l दी होल स्क्वायर माइनस 1/r प्लस l दा होल स्क्वायर। ठीक है, जो साडी कोल बचिया हुन इनु इधर मल्टीप्लाई इनु इधर मल्टीप्लाई इना माफ विच देन e 1/4 पाई एप्सिलॉन नॉट q इनु इधर लेके आए r प्लस l दा होल स्क्वायर माइनस इनु इधर ले गए r माइनस l दा होल स्क्वायर अपॉन इनु माफ विच कीता r माइनस l दा स्क्वायर r प्लस l दा स्क्वायर दी ब्रैकेट। ओके नाउ ਹੁਣ ਧਿਆਨ ਨਾਲ ਦੇਖਣ ਵਾਲੀ ਗੱਲ ਕੀ ਹੈ ਕਿ ਇੱਥੇ ਦੋ ਫਾਰਮੂਲੇ ਯੂਜ਼ ਹੋਣੇ ਆ। ਇੱਕ ਤਾਂ ਇੱਥੇ a² + b² + 2ab, ਇੱਕ a² b² - 2ab। ਇੱਥੇ a - b ਦਾ ਹੋਲ ਸਕੁਅਰ a + b ਦਾ ਹੋਲ ਸਕੁਅਰ ਤਾਂ ਬਾਹਰ ਸਕੁਅਰ ਆਉਣਾ,
तो यह एक फार्मूला बन जाना ए स्क्वायर माइनस बी स्क्वायर द होल स्क्वायर। किदा असी मैं पहला फार्मूला लिख देना, तुहानू आसानी नाल समझ आ जाएगा। ओके, इन दिस a minus b the square, a plus b the square equal to 2, sorry, a square minus b square the whole the square। ਹੁਣ ਉਹੀ ਫਾਰਮੂਲਾ ਪੁੱਟ ਕਰਨ ਦੇ ਬਾਅਦ ਚ ਸਾਡੀ ਇਲੈਕਟ੍ਰਿਕ ਫੀਲਡ ਦਾ ਐਕਸਪ੍ਰੈਸ਼ਨ ਬਣ ਜਾਣਾ 1/4 ਪਾਈ ਐਪਸਾਈਲਨ ਨॉट। ਮੈਂ ਇਹਨੂੰ ਖੋਲ ਦਵਾਂਗਾ, ਕਿਉਂ ਬਾਹਰ ਅਸੀਂ ਕਾਮਨ ਕਰ ਚੁੱਕੇ ਹਾਂ, a ਦਾ ਸਕੁਅਰ ਪਲਸ b ਦਾ ਸਕੁਅਰ ਪਲਸ 2ab और माइनस सेकेंड a वाली टर्म खोलेंगे, a ਦਾ ਸਕੁਅਰ माइनस b ਦਾ ਸਕੁਅਰ माइनस b ਦਾ ਸਕੁਅਰ माइनस 2ab और नीचे साढ़े को बन जाएगा a ਦਾ ਸਕੁਅਰ b ਦਾ ਸਕੁਅਰ द होल ਸਕੁਅਰ। ओके, माइनस का टर्म में मल्टीप्लाई करांगे, then 1/4 पाई एप्सिलॉन नॉट q r स्क्वायर प्लस l स्क्वायर प्लस 2rl माइनस r स्क्वायर माइनस l स्क्वायर प्लस 2rl अपॉन r स्क्वायर माइनस l स्क्वायर द होल द स्क्वायर। हुण माइनस वाली टर्म्स प्लस नाल दा कैंसल आउट हो गई, 2rl 4l बन जाना, then e कितनी आ जानी 1/4 पाई एप्सिलॉन नॉट q 4rl अपॉन r स्क्वायर माइनस l स्क्वायर द होल द स्क्वायर। ओके, दैट्स आर इलैक्ट्रिक फील्ड। बट इनू मैं इलैक्ट्रिक डाइपोल मूवमेंट दे विच लिखना चाहना है, क्योंकि इसी इलैक्ट्रिक डाइपोल की गल कर रहे हैं, डाइपोल मूवमेंट तो बिना कंप्लीट नहीं होनी गल। हुण देखो इन दिस मैं इत्थे इस नू एक बार होर तोड़ के लिखांगा 1/4 पाई एप्सिलॉन नॉट, इस मैं 2r बार कढ लांगा। जे मैं 2r बार कढ लिया तो पिछे मेरे को बच जाना चार्ज q, 2 कढ लिया तो 2r कढ लिया बार l अपॉन r स्क्वायर माइनस l स्क्वायर द होल स्क्वायर। इस इन्नी टर्म बखरी करके लिख ली, ठीक है। ओके, इनू रीअरेंज कर लिया, तुसीं ये बोल सकते हो, ठीक है। हुण जो मैं 2r बखरा कर लिया, q2l की हुंदा इन दिस इलैक्ट्रिक डाइपोल मूवमेंट, इलैक्ट्रिक डाइपोल मूवमेंट, इलैक्ट्रिक डाइपोल मूवमेंट डाइपोल मूवमेंट p वो इक्वल होती है चार्ज इनटू 2l। जितना चार्ज है देख लो कि द्वारा इलैक्ट्रिक डाइपोल मूवमेंट इज इक्वल टू द चार्ज आइदर चार्ज ऑफ द इलैक्ट्रिक डाइपोल दा कोई भी एक चार्ज लेना इनटू जिन्नी भी उन्होंने दूरी है, दूरी ऐसी कितनी लैक चले 2l, मतलब q 2l का इक्वल हो गया p। हुण मैं पुट कर सकदा कि इलैक्ट्रिक फील्ड मेरे पास है 1/4 पाई एप्सिलॉन नॉट 2r और q2l दिएगा, इत्थे की पुट कर देना p, ठीक है, अपॉन r स्क्वायर प्लस l स्क्वायर दी होल द स्क्वायर। आ साडे कोल एक्सप्रेशन आ गया सिंपल। बट असीं सिंपल फॉर्म दे विच इहनूं नहीं करना, असीं इहनूं डिस्कस करना वैक्टर फॉर्म दे विच। काच डिस्कस करना इंदा वैक्टर फॉर्म भी असीं डिस्कस करांगे, वो इत्थे साइड ते असीं कर दिंदे हां। ओके, इन द वैक्टर फॉर्म। हुण इत्थे वैक्टर फॉर्म लिखण तो पहले एक गल दिमाग च रखो, जे मैं इत्थे पॉजिटिव क्यू चार्ज रखदा, इत्थे नेगेटिव क्यू चार्ज रखदा, ठीक है, तो मैं इलैक्ट्रिक फील्ड की डायरेक्शन कहना तो होंदी है पॉजिटिव तो नेगेटिव वाली, मतलब आ डायरेक्शन इलैक्ट्रिक फील्ड दी है। उही केस जे मैं इत्थे पॉजिटिव क्यू चार्ज रखदा, इत्थे नेगेटिव क्यू चार्ज रखदा, ते डायरेक्शन ऑफ द इलैक्ट्रिक डाइपोल मोमेंट इज अ वेक्टर क्वांटिटी और ओदी डायरेक्शन होंदी है किधरों नेगेटिव टू पॉजिटिव। हुण सानू इन्नी गल इत्थे समझ आ रही है कि जे मैं ये डिस्कस कर रहा मेरा बेटा कि मेरा पुत्र इलैक्ट्रिक फील्ड आया ते डाइपोल मूवमेंट दी आ डायरेक्शन आ ते इलैक्ट्रिक फील्ड दी डायरेक्शन डाइपोल मूवमेंट दी डायरेक्शन तो की होनी है ऑपोजिट। ਇਹਦਾ मतलब जे मैं इस एक्सप्रेशन ਨੂੰ ਵੈਕਟਰ ਫਾਰਮ ਦੇ ਵਿੱਚ ਲਾ ਦੈਨ ਜੇ ਆ ਕੇਸ ਆ ਦੈਨ ਮੇਰੇ ਕੋਲ ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਹੋਊਗੀ 1/4 ਪਾਈ ਐਪਸਿਲਨ ਨॉट 2r p ਵੈਕਟਰ अपॉन r स्क्वायर माइनस l स्क्वायर दी होल स्क्वायर। ਤਾਂ ਇੱਥੇ ਮਾਈਨਸ ਦਾ ਸਾਈਨ ਪਾ ਦੇਣਾ। ਇਹਦਾ ਮਤਲਬ ਤੁਹਾਨੂੰ ਕਦੀ ਵੀ ਇਲੈਕਟ੍ਰਿਕ ਡਾਈਪੋਲ ਦੇ ਦਿੱਤਾ, ਇਲੈਕਟ੍ਰਿਕ ਡਾਈਪੋਲ ਤੇ ਐਕਸੀਅਲ ਲਾਈਨ ਤੇ ਕਿਤੇ ਵੀ ਇਲੈਕਟ੍ਰਿਕ ਫੀਲਡ ਪੁੱਛੇ
ਤਾਂ ਉਹਦੀ ਡਾਇਰੈਕਸ਼ਨ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ ਤੋਂ ਕੀ ਹੋਣੀ ਆ ਆਪੋਜ਼ਿਟ ਕਿ ਜੇ ਨੈਗੇਟਿਵ ਟੂ ਪੋਜ਼ਿਟਿਵ ਆ ਤੇ ਇਲੈਕਟ੍ਰਿਕ ਫੀਲਡ ਪੋਜ਼ਿਟਿਵ ਟੂ ਨੈਗੇਟਿਵ ਹੋਏਗੀ ਠੀਕ ਹੈ ਨਾ ਮੇਰਾ ਬੇਟਾ ਇੱਧਰ ਵੀ ਪੁਆਇੰਟ ਕਿਤੇ ਪੁਆਇੰਟ ਤੇ ਪੁੱਛ ਲਿਆ ਤਾਂ ਤੁਸੀਂ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਡਾਈਪੋਲ ਦੀ ਡਾਇਰੈਕਸ਼ਨ ਤੋਂ ਆਪੋਜ਼ਿਟ ਬਣਾ ਦੇਣੀ ਆ ਤੇ ਜੇ ਉਹਨਾਂ ਨੇ ਸੇਮ ਡਾਇਰੈਕਸ਼ਨ ਦਾ ਦੈਨ ਉਹ ਨੈਗੇਟਿਵ ਸਾਈਨ ਵਿੱਚ ਇਨਕਲੂਡ ਕੀਤਾ ਜਾਣਾ ਓਕੇ ਦੈਨ ਸਾਡੇ ਕੋਲ ਇੱਥੇ ਇਹ ਵਾਲੀ ਕੰਡੀਸ਼ਨ ਹਾਂ ਸਾਡੇ ਕੋਲ ਵੈਕਟਰ ਫਾਰਮ ਵਿੱਚ ਅਸੀਂ ਇਹਨੂੰ ਲਿਖ ਲਿਆ ਇਹ ਸਾਡਾ ਸੀ ਆਰਟੀਕਲ ਕਿ ਫਾਈਂਡ ਆਊਟ ਕਰੋ ਇਲੈਕਟ੍ਰਿਕ ਫੀਲਡ ਐਕਸੀਅਲ ਲਾਈਨ ਤੇ ਕਿਸੇ ਇਲੈਕਟ੍ਰਿਕ ਡਾਈਪੋਲ ਕਰਕੇ ਇੱਕ ਵਾਰ ਦੁਬਾਰਾ ਅਸੀਂ ਡਿਸਕਸ ਕਰ ਲੈਂਦੇ ਥੋੜਾ ਆਪਣੇ ਆਰਟੀਕਲ ਨੂੰ ਕਿ ਸਾਡੇ ਕੋਲ ਟੌਪਿਕ ਹੈਗਾ ਅਸੀਂ ਕਿਹਾ ਕਿ ਇਲੈਕਟ੍ਰਿਕ ਡਾਈਪੋਲ ਲਿਆ ਇੱਕ ਮਾਈਨਸ ਚਾਰਜ ਲਿਆ ਇੱਕ ਪਲੱਸ ਕਿਊ ਚਾਰਜ ਲਿਆ ਇੱਕ A ਪੁਆਇੰਟ ਮੰਨ ਲਿਆ ਤੇ B ਪੁਆਇੰਟ ਉਹਨਾਂ ਵਿਚਲੀ ਦੂਰੀ 2L ਹੈ 2L ਆ ਰਿਹਾ ਹੈ ਮੈਥਮੈਟਿਕਲ ਐਕਸਪ੍ਰੈਸ਼ਨ ਨੂੰ ਈਜ਼ੀਲੀ ਕਰਨ ਦੇ ਲਈ ਆਹ ਵਾਲੀ ਦੂਰੀ L ਹੈ ਆਹ ਵਾਲੀ ਦੂਰੀ ਵੀ L ਹੈ ਉਹ ਸੈਂਟਰ ਲੈ ਲਿਆ ਐਕਸੀਅਲ ਪੁਆਇੰਟ ਤੇ P ਪੁਆਇੰਟ ਲੈ ਲਿਆ ਉਹ R ਦੂਰੀ ਤੇ ਲੈ ਲਿਆ ਤੇ ਯਾਦ ਰੱਖੋ A ਤੋਂ P ਤੱਕ ਦੀ ਦੂਰੀ R+L B ਤੋਂ P ਤੱਕ ਦੀ ਦੂਰੀ R-L ਮੈਂ EA ਦੀ ਇਲੈਕਟ੍ਰਿਕ ਫੀਲਡ ਫਾਈਂਡ ਆਊਟ ਕੀਤੀ EB ਦੀ ਇਲੈਕਟ੍ਰਿਕ ਫੀਲਡ ਫਾਈਂਡ ਆਊਟ ਕੀਤੀ ਮੈਂ ਵਿੱਚ ਸਮਝਾ ਦਿੱਤਾ ਸੀ ਤੁਹਾਨੂੰ ਕਿ ਆ ਮੈਂ ਰਿਜ਼ਲਟ ਕਿਦਾਂ ਲਿਆ ਠੀਕ ਹੈ ਤੇ B ਵੱਡਾ ਆ EA ਨਾਲ ਦੂਰੀ ਘੱਟ ਹੋਣ ਕਰਕੇ ਠੀਕ ਹੈ ਇਸ ਕਰਕੇ B ਚੋਂ A ਵਾਲੀ ਟਰਮ ਨੂੰ ਆਪਾਂ ਨੇ ਮਾਈਨਸ ਕਰਤਾ ਆਪੋਜ਼ਿਟ ਹੋਣ ਕਰਕੇ ਦੈਨ ਇਹਦੀ ਵੈਲਿਊ ਚ ਜੋ ਕਾਮਨ ਨਿਕਲਿਆ ਬਾਹਰ ਲਿਖ ਲਿਆ ਇਹਨਾਂ ਨੂੰ ਅਸੀਂ ਸੋਲਵ ਕੀਤਾ ਸਾਰੇ ਨੂੰ ਠੀਕ ਹੈ ਔਰ ਇੱਥੇ 2R ਬਾਹਰ ਕੱਢ ਕੇ Q2L ਬਣਾ ਲਿਆ Q2L ਚਾਰਜ ਇਨਟੂ ਡਿਸਟੈਂਸ ਡਾਈਪੋਲ ਮੋਮੈਂਟ P ਲਿਖ ਲਈ ਵੈਕਟਰ ਫਾਰਮ ਵਿੱਚ ਨਾ ਡਾਇਰੈਕਸ਼ਨ ਇੱਕ ਦੂਸਰੇ ਤੋਂ ਆਪੋਜ਼ਿਟ ਹੁੰਦੀ ਹੈ ਇਸ ਕਰਕੇ ਮੇਰੇ ਸਾਈਨ ਮੈਂ ਕਾਹਦਾ ਪਾਤਾ ਨੈਗੇਟਿਵ ਇਹ ਸਾਡੇ ਕੋਲ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਔਨ ਅ ਐਕਸੀਅਲ ਲਾਈਨ of dipole and its direction. Thank you.